ਆਪਣਾ ਤੀਜਾ ਘੱਲੂਘਾਰਾ 1984 ਤੋਂ ਤੁਹਾਨੂੰ ਉਹ ਪਤਾ ਲੱਗ ਜਾਂਦਾ। ਘੱਲੂਘਾਰੇ ਤੇ ਮਤਲਬ ਸਾਕਾ ਨੀਲਾ ਤਾਰਾ ਵੀ ਕਹਿ ਦਿੱਤਾ ਜਾਂਦਾ ਨਾ। ਸੋ ਇਹਨਾਂ ਸ਼ਬਦਾਂ ਦੋਵਾਂ ਦਾ ਸਾਨੂੰ ਫਰਕ ਸਮਝਣੇ ਪੈਣਗੇ, ਘੱਲੂਘਾਰਾ ਤੇ ਸਾਕਾ। ਘੱਲੂਘਾਰਾ ਉਹ ਹੁੰਦਾ ਜਿੱਥੇ ਅੱਗੋਂ ਬਰਾਬਰ ਦੀ ਫਾਈਟ ਦਿੱਤੀ ਗਈ ਹੋਵੇ, ਫਿਰ ਵੀ ਉੱਥੇ ਨੁਕਸਾਨ ਕੌਮ ਦਾ ਹੋਇਆ ਹੋਵੇ। ਉਸ ਜਗ੍ਹਾ ਨੂੰ, ਉਸ ਲੜਾਈ ਨੂੰ ਆਪਾਂ ਘੱਲੂਘਾਰਾ ਕਹਿ ਦਿੰਦੇ ਹਾਂ। ਸਾਕਾ ਹੁੰਦਾ ਜਿੱਥੇ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਜਿਹੜੀ ਸ਼ਹਾਦਤ ਦਿੱਤੀ ਜਾਂਦੀ ਹੋਵੇ, ਵੀ ਜਿੱਥੇ ਅੱਗੋਂ ਕੋਈ ਵੀ ਆਪਾਂ, ਜੇ ਸਾਡੇ ਤੇ ਕੋਈ ਚੜ੍ਹ ਕੇ ਆਇਆ ਵਾ, ਆਪਾਂ ਅੱਗੋਂ ਆਪਣੀ ਜਿੰਨੀ ਵੀ ਸਾਡੇ ਕੋਲ ਪਾਵਰ ਹੈਗੀ ਉਹਦੇ ਨਾਲ ਆਪਾਂ ਉਹਦਾ ਕਾਊਂਟਰ ਨਹੀਂ ਕੀਤਾ ਜਾਂ ਉਹਦਾ ਜਵਾਬ ਨਹੀਂ ਦਿੱਤਾ, ਉਹਨੂੰ ਸ਼ਾਂਤਮਈ ਤਰੀਕੇ ਨਾਲ ਆਪਣੇ ਉੱਤੇ ਝੱਲਿਆ, ਉਹਨੂੰ ਸਾਕਾ ਕਹਿ ਦਿੱਤਾ ਜਾਂਦਾ। ਸੋ ਇਹ ਸ਼ਬਦ ਪਹਿਲੀ ਵਾਰ ਗੁਰੂ 10ਵੇਂ ਪਾਤਸ਼ਾਹ ਨੇ ਜਿਹੜਾ ਸਾਕਾ ਸ਼ਬਦ ਜਿਹੜਾ ਵਰਤਿਆ ਸੀ, ਗੁਰਬਾਣੀ ਵਿੱਚ ਹੀ ਆਉਂਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਆ, ਉਸ ਤੋਂ ਬਾਅਦ ਉਹਨਾਂ ਨੇ ਸਾਕੇ ਦੇ ਨਾਲ ਰਿਲੇਟ ਕੀਤਾ ਵੀ ਉਹ ਸਾਕਾ ਹੋਇਆ। ਸੋ ਇੱਥੇ ਇਹ ਘੱਲੂਘਾਰਾ ਉਹ ਚੀਜ਼ ਹੋ ਜਾਂਦੀ ਜਿੱਥੇ ਸਾਡੀ ਕੌਮ ਅੱਗੋਂ ਬਰਾਬਰ ਦਾ ਉਹਨਾਂ ਨੇ ਹੱਥ ਦਿਖਾਏ ਆ। ਚਲੋ ਫਿਰ ਵੀ ਉੱਥੇ ਨੁਕਸਾਨ ਹੁੰਦਾ ਕੌਮ ਦਾ, ਉਹਨੂੰ ਘੱਲੂਘਾਰਾ ਕਹਿ ਦਿੱਤਾ ਜਾਂਦਾ। ਸੋ ਇਹ ਫਰਕ ਸਮਝਣ ਵਾਲਾ ਥੋੜਾ ਜਿਹਾ। ਹਾਂਜੀ, ਸੋ ਉਹਨਾਂ ਨੇ ਲਿਖਿਆ ਅੱਗੇ, ਕਹਿੰਦੇ ਵੀ 1984 ਤੋਂ ਤਕਰੀਬਨ 100 ਸਾਲ ਬਾਅਦ ਕਰੀਬ 2084 ਵਿੱਚ ਇਤਿਹਾਸ ਦੇ ਸਮੁੰਦਰ ਵਿੱਚ ਉੱਠਦੀਆਂ ਬਦਲਦੇ ਸਮੀਕਰਨ ਦੀਆਂ ਲਹਿਰਾਂ ਹੌਲੀ ਹੌਲੀ ਆਪਣੀ ਫਿਤਰਤ ਅਨੁਸਾਰ ਇਤਿਹਾਸ ਦੇ ਮੁਰਦਾ ਪਾਤਰਾਂ ਨੂੰ ਆਪਣੀ ਆਗੋਸ਼ ਵਿੱਚ ਬਾਹਰ ਕੱਢ ਕੇ ਕਿਨਾਰੇ ਉੱਪਰ ਸੁੱਟ ਦੇਣਗੀਆਂ, ਅਤੇ ਉਹ ਗਦਾਰਾਂ ਦਾ ਸਿਰਲੇਖ ਧਾਰਨ ਕਰੀ ਇਤਿਹਾਸ ਦੇ ਸਾਗਰ ਦੀਆਂ ਲਹਿਰਾਂ ਦਾ ਆਨੰਦ ਲੈਣ ਵਾਲਿਆਂ ਦੇ ਪੈਰਾਂ ਵਿੱਚ ਰੁਲਦੇ ਰਹਿਣਗੇ। ਪਰ ਕੌਮੀ ਚੇਤਨਾ ਦੇ ਮਰਕਜ਼ ਅਕਾਲ ਤਖਤ ਸਾਹਿਬ ਜੀ ਦੀ ਰਾਖੀ ਹਿੱਤ ਸ਼ਹਾਦਤ ਦਾ ਜਾਮ ਪੀਣ ਵਾਲੇ ਮਰਦੇ ਮੁਜ਼ਾਹਿਦ ਸੂਰਮੇ ਇਤਿਹਾਸ ਦੇ ਪਾਤਰ ਹੋਰ ਨਿਬੜ ਗਏ। 100 ਸਾਲ ਬਾਅਦ ਦਾ ਇਤਿਹਾਸ, ਜਦੋਂ ਮੈਂ ਤਾਂ ਕਿ ਸ਼ਾਇਦ ਮੇਰੀ ਅਗਲੀ ਪੀੜ੍ਹੀ ਵੀ ਨਹੀਂ ਹੋਵੇਗੀ, ਉਦੋਂ ਇਤਿਹਾਸ ਦੇ ਸਮੁੰਦਰ ਵਿੱਚ ਤਾਰੀਆਂ ਲਾਉਣ ਵਾਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਹੀ ਕੌਮ ਅਤੇ ਤਖਤ ਦੇ ਜਥੇਦਾਰ ਦੇ ਰੂਪ ਵਿੱਚ ਵੇਖਣਗੇ, ਕਿਉਂਕਿ ਚੇਤਨਾ ਦੇ ਮੁਜੱਸਮੇ ਹੀ ਚੇਤਨਾ ਦੇ ਮਰਕਜ਼ ਲਈ ਜੂਝਦੇ ਹਨ। ਚੇਤਨਾ ਤੋਂ ਹੀਣੇ ਤਾਂ ਇਤਿਹਾਸ ਦੀ ਆਗੋਸ਼ ਵਿੱਚ ਗੂੜੀ ਨੀਂਦ ਸੁੱਤੇ ਪਏ ਗੁਮਨਾਮ ਪਾਤਰਾਂ ਦੀਆਂ ਹਿੱਕਾਂ ਉੱਪਰ ਪੈਰ ਧਰ ਕੇ ਥੋੜ੍ਹੀ ਜਿਹੀ ਜ਼ਿੰਦਗੀ ਦਾ ਆਨੰਦ ਲੈਣ ਖਾਤਰ ਸਦੀਆਂ ਲਈ ਮੱਥੇ ਉੱਪਰ ਗਰਦਾਰੀਆਂ ਦਾ ਸਿਰਲੇਖ ਧਾਰਨ ਕਰ ਰੋਲਦੇ ਰਹਿਣਗੇ। ਡਾਕਟਰ ਸੁਖਪ੍ਰੀਤ ਉਦੋਕੇ। ਸੋ ਉਹਨਾਂ ਨੇ ਇਹ ਕਿਹਾ ਕਿ ਵੀ ਜਿਹੜਾ ਵੀ ਇਤਿਹਾਸ ਵਿੱਚ ਉਹੀ ਜਿਉਂਦਾ ਰਹਿੰਦਾ ਵਾ ਬੰਦਾ, ਕਿ ਜਿਹੜਾ ਆਪਣੀ ਕੌਮ ਵਾਸਤੇ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦਾ, ਆਪਣੀ ਕੌਮ ਦੇ ਹਿੱਤਾਂ ਵਾਸਤੇ, ਸੋ ਉਹਨਾਂ ਨੂੰ ਜਗਾਉਣ ਵਾਸਤੇ ਜਿਹੜਾ ਉਹਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਜਾਂਦਾ। ਸੋ ਉੱਥੇ ਜਿਹੜੇ ਵੀ ਤੁਸੀਂ ਦੇਖਦੇ ਉੱਥੇ ਪਾਤਰ ਹੋਰ ਵੀ ਬਹੁਤ ਆ, ਮੈਂ ਕਦੇ ਨਾਂ ਨਹੀਂ ਲੈਂਦਾ, ਦਰਬਾਰ ਸਾਹਿਬ ਦੇ ਅੰਦਰ ਜਿਨ੍ਹਾਂ ਆਪਣੀਆਂ ਉਸ ਟਾਈਮ ਵਜ਼ੀਰੀਆਂ ਮਾਨਣ ਵਾਸਤੇ ਜਾਂ ਐਸ਼ੋ ਸ਼ੋਹਰਤ ਇਹ ਚੀਜ਼ ਮਾਨਣ ਵਾਸਤੇ ਉਹਨਾਂ ਨੇ ਕੌਮ ਦੇ ਨਾਲ ਜਿਹੜੀ ਉਹ ਗਦਾਰੀ ਕੀਤੀ। ਸੋ ਉਹਨਾਂ ਨੇ ਉਹਨਾਂ ਬਾਰੇ ਵੀ ਲਿਖਿਆ ਕਿ ਕੁਝ ਚਿਰ ਦੀ ਜ਼ਿੰਦਗੀ ਜ਼ਰੂਰ ਮਿਲ ਜਾਂਦੀ ਆ, ਪਰ ਉਹ ਕਦੀ ਵੀ ਇਤਿਹਾਸ ਵਿੱਚ ਜਿਹੜਾ ਉਹਨਾਂ ਨੂੰ ਇੰਨਾ ਮਾਣ ਨਹੀਂ ਮਿਲਣਾ। ਉਹ ਹਮੇਸ਼ਾ ਗਦਾਰ ਹੀ ਕੌਮ ਦੇ ਖਵਾਏ ਜਾਣਗੇ, ਤੇ ਜਿਹੜਾ ਵੀ ਕੋਈ ਵੀ ਆਊਗਾ, ਜਾਂ ਮੈਂ ਆਵਾਂ ਜਾਂ ਮੇਰੇ ਤੋਂ ਅਗਲੀ ਪੀੜ੍ਹੀ ਵੀ ਆਊਗੀ, ਉਹ ਵੀ ਇਹਨਾਂ ਨੂੰ ਜਲੀਲ ਹੀ ਕਰੂਗੀ ਆਣ ਕੇ ਇੱਥੇ। ਸਮਰਪਣ। ਜੂਨ 2014 ਨੂੰ ਘੱਲੂਘਾਰਾ, ਜੂਨ 1984 ਦੀ 30ਵੀਂ ਵਰ੍ਹੇਗੰਢ ਸਮੇਂ ਉਹਨਾਂ ਨਾਮਵਰ ਅਤੇ ਗੁਮਨਾਮ ਰੰਗ ਰਤੀਆਂ ਹਸਤੀਆਂ ਦੇ ਨਾਂ ਜੋ ਸ਼ਹੀਦੀ ਖੁਮਾਰੀਆਂ ਦੇ ਰੰਗ ਵਿੱਚ ਦੁਸ਼ਮਣ ਨਾਲ ਜੂਝਦਿਆਂ ਹੋਇਆਂ ਸ਼ਹੀਦੀ ਜਾਮ ਪੀ ਗਈਆਂ। ਕੌਮੀ ਚਿੰਤਨ ਦਾ ਮੁਜੱਸਮਾ। ਡਾਕਟਰ ਸੁਖਪ੍ਰੀਤ ਉਦੋਕੇ ਨੂੰ ਅਕਾਲ ਪੁਰਖ ਨੇ ਵਿਲੱਖਣ ਰੋਸ਼ਨ ਦਿਮਾਗੀ ਅਤੇ ਯਾਦ ਸ਼ਕਤੀ ਦੀ ਅਜੀਬੋ ਗਰੀਬ ਰਹਿਮਤ ਬਖਸ਼ੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਆ। ਇਹ ਤੇ ਤੁਸੀਂ ਜੇ ਉਹਨਾਂ ਦੇ ਲੈਕਚਰ ਸੁਣੋਗੇ ਨਾ, ਜਦੋਂ ਉਹ ਬੰਦਾ ਜਿੱਥੋਂ ਪਤਾ ਨਹੀਂ ਕਿਹੜੀ ਤਰੀਕ ਦੀ ਕੱਢ ਕੇ ਨਾਮ ਪੁਰਾਣੇ ਜੇ ਉਹ ਬਹੁਤ ਉਹਦਾ ਕੰਮ ਆ ਡਾਕਟਰ ਸੁਖਪ੍ਰੀਤ ਉਦੋਕੇ ਦਾ ਸਿੱਖ ਹਿਸਟਰੀ ਦੇ ਉੱਤੇ। ਸੋ ਇਹ ਮੰਨਣਯੋਗ ਗੱਲ ਆ ਕਿ ਵਾਕਿਆ ਉਹਨਾਂ ਦੀ, ਜਿੱਦਾਂ ਸਾਡੇ ਵੌਲੋ ਵੀਰ ਵਾਂਗੂ, ਉਹਨਾਂ ਦੀ ਯਾਦਾਸ਼ਤ ਸ਼ਕਤੀ ਜਿਹੜੀ ਉਹਨਾਂ ਦੀ ਬਹੁਤ ਆ। ਆਪਣੀ ਵਿਲੱਖਣ ਕਾਬਲੀਅਤ ਅਤੇ ਬਾਵਜੂਦ ਉਹ ਹਮੇਸ਼ਾ ਆਮ ਇਨਸਾਨ ਵਾਂਗ ਵਿਚਰਦਾ ਹੈ ਅਤੇ ਹਉਮੈ ਹੰਕਾਰ ਦੀ ਲਾਗ ਤੋਂ ਕੋਹਾਂ ਦੂਰ ਹੈ। ਕਿਸੇ ਵੀ ਪੰਥ ਦੋਖੀ ਦੇ ਕਿਸੇ ਕੌਮ ਵਿਰੋਧੀ ਵਤੀਰੇ ਬਾਰੇ ਉਸ ਦਾ ਰਵੱਈਆ ਤਰਕ ਸੰਗਤ, ਬਾਦਲੀਲ ਅਤੇ ਜੋਸ਼ੀਲਾ ਜ਼ਰੂਰ ਹੁੰਦਾ ਹੈ, ਪਰ ਉਸਦੇ ਬੋਲਾਂ ਦੀ ਤਾਸੀਰ ਉੱਪਰ ਹਮੇਸ਼ਾ ਹੀ ਨਿਮਰਤਾ ਭਾਰੂ ਰਹਿੰਦੀ ਹੈ। ਉਸਦੇ ਸਾਦੇ ਜਿਹੇ ਮਿਹਨਤੀ, ਉਦਮੀ, ਦ੍ਰਿੜ ਅਤੇ ਦੁਨਿਆਵੀ ਉਚੇਚਨਪਨ ਤੋਂ ਵੇਰਵੇ ਮਿਲਾਪੜੇ ਜਿਹੇ ਸੁਭਾਅ ਦਾ ਪਤਾ ਉਸ ਨਾਲ ਕੁਝ ਪਲ ਬਤੀਤ ਕੀਤਿਆਂ ਹੀ ਲੱਗ ਜਾਂਦਾ ਹੈ। ਕਿਸੇ ਵੀ ਮੁਸ਼ਕਿਲ ਦਾ ਜ਼ਿਕਰ
ਚੱਲਦਾ ਹੋਵੇ ਤਾਂ ਬੁੱਲ੍ਹਾਂ ਉੱਪਰ ਹਲਕੀ ਜਿਹੀ ਮੁਸਕਰਾਹਟ ਨਾਲ ਕਹਿ ਛੱਡਦਾ ਹੈ ਕਿ ਕੋਈ ਨਾ ਵੀਰ ਜੀ, ਆਪੇ ਵਾਹਿਗੁਰੂ ਭਲੀ ਕਰੇਗਾ। ਇਸ ਦੇ ਬਾਵਜੂਦ ਇਰਾਦੇ ਦੀ ਦ੍ਰਿੜਤਾ ਹਮੇਸ਼ਾ ਹੀ ਉਸਦੇ ਜਵਾਬੀ ਬੋਲਾਂ ਵਿੱਚ ਝਲਕਦੀ ਰਹਿੰਦੀ ਹੈ ਕਿ ਹਮ ਤੋ ਦਰਿਆ ਹੈ, ਹमें अपना हुनर मालूम है, ਜਿੱਧਰ ਸੇ ਗੁਜ਼ਰੇਂਗੇ ਰਸਤੇ ਖੁਦ ਬ ਖੁਦ ਬਣेंगे। ਅਕਸਰ ਕੁਝ ਲੋਕ ਕਈ ਵਾਰ ਉਸ ਦੇ ਬੋਲੜੀਏ ਵਿਰੋਧਤਾ ਕਰਦੇ ਹਨ ਅਤੇ ਇੱਥੇ ਤੱਕ ਕਿ ਉਸ ਦੇ ਖਿਲਾਫ ਬਹੁਤ ਕੁਝ ਛਪਵਾ ਕੇ ਵੰਡਦੇ ਹਨ, ਜੋ ਕਿ ਉਹਨਾਂ ਵੱਲੋਂ ਕੀਤੇ ਜਾ ਰਹੇ ਵਿਲੱਖਣ ਕਾਰਜਾਂ ਪ੍ਰਤੀ ਉਸ ਦੇ ਵਿਰੋਧੀਆਂ ਦੇ ਮਨ ਅੰਦਰ ਉਸ ਖਿਲਾਫ ਪੈਦਾ ਹੋਈ ਈਰਖਾਲੂ ਭਾਵਨਾ ਦਾ ਨਤੀਜਾ ਹੈ। ਜੇਕਰ ਉਸ ਨੂੰ ਜਵਾਬ ਦੇਣ ਲਈ ਕੋਈ ਕਹੇ ਤਾਂ ਬੜੇ ਹੀ ਸਹਿਜ ਵਿੱਚ ਮੁਸਕਰਾ ਕੇ ਕਹਿ ਛੱਡਦਾ ਹੈ, ਵੀਰ ਜੀ, ਕੋਈ ਜੋ ਕਹਿੰਦਾ ਹੈ ਕਹਿ ਲੈਣ ਦਿਓ, ਮੇਰਾ ਕੀ ਘਟਦਾ ਹੈ। ਨਾਲੇ ਸੱਚ ਵੀ ਕਦੀ ਛੁਪਦਾ ਹੈ, ਅਖੀਰ ਸਾਹਮਣੇ ਆ ਹੀ ਜਾਂਦਾ ਹੈ। ਇਹਨਾਂ ਵਿਚਾਰਿਆਂ ਦਾ ਕੀ ਜਵਾਬ ਦੇਣਾ ਜੋ ਪਿੱਠ ਉੱਪਰ ਵਾਰ ਕਰਦੇ ਤੇ ਮਜ਼ਾ ਤਾਂ ਉਸ ਨੂੰ ਜਵਾਬ ਦੇਣ ਚ ਆਉਂਦਾ ਹੈ ਜੋ ਮਰਦਾਂ ਵਾਂਗ ਸਾਹਮਣੇ ਆ ਕੇ ਗੱਲ ਕਰੇ। ਇਹ ਇੰਟਰਨੈਟ ਉੱਪਰ ਦਹਾੜਨ ਵਾਲੇ ਬਿਜਲਈ ਸ਼ੇਰਾਂ ਦਾ ਮਰਦਾਨਗੀ ਤੋਂ ਕੋਹਾਂ ਦੂਰ ਤੇ ਇਹਨਾਂ ਦਾ ਗੁੱਸਾ ਕਾਹਦਾ। ਉਸ ਦੀ ਹਾਜ਼ਰ ਜਵਾਬੀ ਦੇ ਮਿਆਰ ਦਾ ਪਤਾ ਇੱਕ ਬਜ਼ੁਰਗ ਦੇ ਸ਼ਬਦਾਂ ਤੋਂ ਲੱਗਦਾ ਹੈ, ਜਦੋਂ ਸਿੱਖ ਚੈਨਲ ਉੱਪਰ ਚੱਲ ਰਹੇ ਇਤਿਹਾਸ ਨਾਲ ਸੰਬੰਧਿਤ ਇੱਕ ਲਾਈਵ ਸ਼ੋਅ ਦੌਰਾਨ ਕਿਹਾ ਕਿ ਪੁੱਤ, ਮੈਨੂੰ ਬਸ ਇਹ ਦੱਸ ਦੇ ਕਿ ਤੇਰੇ ਦਿਮਾਗ ਦੀ ਮੈਮਰੀ ਕਿੰਨੀ GB ਹੈ। ਹਾਂਜੀ, ਸੌਰੀ ਫੋਨ ਆ ਗਿਆ ਸੀ। ਕਹਿੰਦੇ ਵੀ ਮੈਮਰੀ ਕਿੰਨੀ GB ਹੈ। ਸਿੰਘ ਜੀ ਦਾ ਪਦਮ ਸ਼੍ਰੀ ਵਾਪਸ ਕਰਨਾ ਅਤੇ ਇਸ ਘੱਲੂਘਾਰੇ ਵਿੱਚ ਹਿੱਸਾ ਲੈਣ ਤੋਂ ਨਾਂਹ ਕਰਨ ਵਾਲੇ ਭਾਰਤੀ ਫੌਜ ਦੇ ਜਨਰਲ ਮਿਸਟਰ ਸਿਨਹਾ ਦਾ ਲੇਖ ਬਹੁਤ ਹੀ ਅਹਿਮੀਅਤ ਵਾਲਾ ਹੈ। ਸੰਗਤਾਂ ਤੋਂ ਭਰਪੂਰ ਹੁੰਗਾਰੇ ਦੀ ਆਸ ਹੈ। ਘੱਲੂਘਾਰਾ 1984 ਦੁਖਾਂਤ ਅਤੇ ਚਿੰਤਨ। ਘੱਲੂਘਾਰਾ ਜੂਨ 1984 ਕਦੇ ਨਾ ਭੁੱਲਣ ਜਾਣ ਵਾਲਾ ਕਹਿਰ ਅਤੇ ਕਦੇ ਨਾ ਨਕਾਰਿਆ ਜਾਣ ਵਾਲਾ ਸੱਚ ਹੈ। ਜ਼ਾਲਮ ਵਿਪਰਵਾਦੀ ਸੋਚ, ਵਿਪਰਵਾਦੀ ਮਤਲਬ ਬ੍ਰਾਹਮਣਵਾਦੀ ਸੋਚ, ਬ੍ਰਾਹਮਣਵਾਦੀ ਸੋਚ ਦੀਆਂ ਧਾਰਨੀ ਸਰਕਾਰਾਂ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਸਿੱਖ ਕੌਮ ਦੇ ਦਿਲ ਦਰਬਾਰ ਸਾਹਿਬ ਉੱਪਰ ਹਮਲਾ ਕਰਕੇ ਸਿੱਖ ਕੌਮ ਦੇ ਹਿਰਦਿਆਂ ਵਿੱਚ ਖੰਜਰ ਖੋਭ ਦਿੱਤਾ। ਇਹ ਜ਼ਖਮ ਅਜੇ ਅੱਲਾ ਹੀ ਸੀ ਕਿ ਨਵੰਬਰ 1984 ਵਿੱਚ ਸਿੱਖਾਂ ਦਾ ਭਾਰੀ ਕਤਲੇਆਮ ਕਰਵਾ ਕੇ ਅੱਲੇ ਜ਼ਖਮਾਂ ਉੱਪਰ ਲੂਣ ਛਿੜਕਿਆ ਗਿਆ ਅਤੇ ਇਹ ਅੱਗੜ ਪਿਛੜ ਵਾਪਰੀਆਂ ਘਟਨਾਵਾਂ ਕੋਈ ਅਚਾਨਕ ਹੋਈਆਂ ਹਾਦਸਾ ਨਹੀਂ ਸਨ। ਐਸਾ ਵੀ ਨਹੀਂ ਸੀ ਕਿ ਇਹਨਾਂ ਘਟਨਾਵਾਂ ਨੂੰ ਟਾਲਿਆ ਨਹੀਂ ਸੀ ਜਾ ਸਕਦਾ, ਟਾਲਿਆ ਜਾ ਸਕਦਾ ਸੀ, ਪਰ ਜੇ ਵਿਪਰਵਾਦੀ ਬ੍ਰਾਹਮਣਵਾਦੀ ਸੋਚ ਦੀਆਂ ਧਾਰਨੀ ਸਰਕਾਰਾਂ ਚਾਹੁੰਦੀਆਂ। ਇਹ ਅੱਗੜ ਪਿਛੜ ਵਾਪਰੀਆਂ ਦੋਵੇਂ ਘਟਨਾਵਾਂ ਅਸਲ ਵਿੱਚ ਇੱਕ ਡੂੰਘੀ ਸਾਜ਼ਿਸ਼ ਦੀਆਂ ਦੋ ਕੜੀਆਂ ਸਨ। ਇਸ ਘੱਲੂਘਾਰੇ ਦੇ ਕਾਰਨਾਂ ਵੱਲ ਜੇਕਰ ਝਾਤ ਮਾਰੀਏ ਤਾਂ ਇਹ ਪਤਾ ਲੱਗਦਾ ਹੈ ਕਿ ਇਸ ਦੇ ਪਿੱਛੇ ਕਾਰਨ ਤਾਂ ਬਹੁਤ ਸਨ, ਪਰ ਮੁੱਖ ਕਾਰਨ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਸੀ। ਅਸਲ ਵਿੱਚ ਇਹ ਜੰਗ ਦੋ ਵਿਚਾਰਧਾਰਾਵਾਂ ਦੀ ਜੰਗ ਸੀ, ਜਿਹੜੀ ਕਿ ਉਦੋਂ ਤੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਗੁਰਬਾਣੀ ਦੀ ਇਨਕਲਾਬੀ ਵਿਚਾਰਧਾਰਾ ਦਾ ਮੁੱਢ ਬੰਨ੍ਹ ਦਿੱਤਾ ਸੀ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਇਸ ਵਿਚਾਰਧਾਰਾ ਦੇ ਵਿਰੋਧ ਵਿੱਚ ਇਹ ਵਿਪਰੀਤ ਵਿਚਾਰਧਾਰਾ ਵਿਪਰਵਾਦੀ ਸੋਚ ਦੀ ਧਾਰਨੀ ਬ੍ਰਾਹਮਣਵਾਦੀ ਵਿਚਾਰਧਾਰਾ ਉੱਠ ਖੜੀ ਹੋਈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਪਖੰਡਵਾਦ ਦਾ ਪਾੜ ਉਜਾਗਰ ਕਰਦੀ ਸੀ। ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦੇ ਪਹਿਰੇਦਾਰ ਇਸ ਵਿਪਰੀਤ ਵਿਚਾਰਧਾਰਾ ਦੇ ਮੂਹਰੇ ਡਟੇ ਰਹੇ। ਜੂਨ 1984 ਤੋਂ ਪਹਿਲਾਂ ਹਾਲਾਤ ਕੁਝ ਐਸੇ ਬਣੇ ਕਿ ਜਦੋਂ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਭਾਰਤੀ ਸਰਕਾਰ ਵੱਲੋਂ ਸਿੱਖਾਂ ਨਾਲ ਕੀਤੇ ਵਾਅਦੇ ਯਾਦ ਕਰਵਾਏ ਤਾਂ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਦੇ ਬਣਦੇ ਹੱਕ ਤਾਂ ਕੀ ਦੇਣੇ ਸਨ, ਸਗੋਂ ਸਿੱਖਾਂ ਨੂੰ ਜਰਾਈ ਪੇਸ਼ਾ ਕੌਮ ਕਹਿ ਕੇ ਭੰਡਿਆ। ਬਹੁਤ ਹੀ ਸਖਤ ਕਾਲਾਵਾਂ ਅਤੇ ਮੋਰਚਿਆਂ ਉਪਰੰਤ ਜੇ ਕੁਝ ਦਿੱਤਾ ਵੀ ਤਾਂ ਲੰਗੜਾ ਪੰਜਾਬ ਅਤੇ ਉੱਥੇ ਵੀ ਸਿੱਖਾਂ ਨਾਲ ਵਿਤਕਰਾ ਹੋਣ ਲੱਗਾ। ਸਮੇਂ ਦੀਆਂ ਸਰਕਾਰਾਂ ਨੂੰ ਗਾਂਧੀ ਦੀ ਕਹੀ ਗੱਲ ਚੇਤੇ ਆਈ
ਕਿ ਜੇ ਸਿੱਖਾਂ ਨੂੰ ਉਹਨਾਂ ਦੇ ਹੱਕ ਨਾ ਦਿੱਤੇ ਤਾਂ ਸਿੱਖਾਂ ਨੂੰ ਆਪਣੇ ਹੱਕ ਲੈਣ ਆਉਂਦੇ ਹਨ। ਇਸ ਡਰ ਦੇ ਅਧੀਨ ਵਿਪਰਵਾਦੀ ਬ੍ਰਾਹਮਣਵਾਦੀ ਵਿਚਾਰਧਾਰ ਸਰਕਾਰ ਨੇ ਬਾਕੀ ਕੌਮਾਂ ਦੀ ਤਰ੍ਹਾਂ ਸਿੱਖਾਂ ਨੂੰ ਵੀ ਨਿਗਲ ਜਾਣਾ ਚਾਹਿਆ, ਪਰ ਗੁਰੂ ਨਾਨਕ ਪਾਤਸ਼ਾਹ ਦੀ ਇਨਕਲਾਬੀ ਵਿਚਾਰਧਾਰਾ ਦੇ ਪਹਿਰੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇਹਨਾਂ ਸਾਰੀਆਂ ਕੁਟਲ ਨੀਤੀਆਂ ਦਾ ਪਾਜ ਉਗਾੜਨ ਦਾ ਕਿਰਦਾਰ ਬੜਾ ਬਾਖੂਬੀ ਨਿਭਾਇਆ। ਸੰਤ ਬਾਬਾ ਜਰਨੈਲ ਸਿੰਘ ਜੀ ਨੇ ਨਾ ਕਿ ਸਿਰਫ ਸਿੱਖਾਂ ਦੇ ਹੱਕਾਂ ਲਈ ਬਲਕਿ ਪੰਜਾਬ ਵਿੱਚ ਵਸਦੇ ਤਮਾਮ ਲੋਕਾਂ, ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਸਨ, ਦੇ ਹੱਕ ਦੀ ਰਾਖੀ ਲਈ ਡਟ ਖੜੇ ਹੋ ਗਏ ਤੇ ਜ਼ਾਲਮ ਵਿਪਰਵਾਦੀ ਸੋਚ ਨੇ ਆਪਣਾ ਵਜੂਦ ਧੁੰਦਲਾ ਹੁੰਦਾ ਵੇਖ ਸਿੱਖਾਂ ਉੱਪਰ ਇਤਿਹਾਸ ਦਾ ਤੀਜਾ ਘੱਲੂਘਾਰਾ, ਜਿਸ ਨੂੰ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਗਿਆ ਦੀ ਸਾਜ਼ਿਸ਼ ਰਚ ਲਈ। ਪੰਜਾਬ ਦੀ ਧਰਤੀ ਦੇ ਉੱਪਰ ਇਹ ਸਿੱਖਾਂ ਨਾਲ ਕੀਤੀਆਂ ਵਧੀਕੀਆਂ ਦੇ ਵਿਸਾਖਘਾਤਾਂ ਦੀ ਇੰਤਹਾ ਸੀ। 1984 ਦੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਮਾਨਸਿਕਤਾ ਉੱਪਰ ਬੜੀ ਗਹਿਰੀ ਸੱਟ ਵੱਜੀ। ਸਿੱਖਾਂ ਦੀ ਬਜ਼ੁਰਗੀ ਨੂੰ ਪੈਰਾਂ ਹੇਠ ਰੋਲਿਆ ਗਿਆ, ਨੌਜਵਾਨੀ ਨੂੰ ਕੋਹ ਕੇ ਮਾਰਿਆ ਗਿਆ। ਸਾਡੇ ਬਚਪਨ ਦੇ ਮਨਾਂ 'ਚ ਇਹ ਸਹਿਮ ਬਿਠਾ ਦਿੱਤਾ ਕਿ ਸਿੱਖ ਹੋਣਾ ਇੱਕ ਜੁਰਮ ਹੈ। ਸਿੱਖਾਂ ਦੀ ਇੱਜ਼ਤ ਸ਼ਰੇਆਮ ਬਾਜ਼ਾਰਾਂ 'ਚ ਰੋਲੀ ਗਈ। ਨੌਜਵਾਨਾਂ ਦੀ ਸੋਚ ਵਿੱਚ ਇੱਕ ਤਿੱਖਾ ਬਦਲਾਅ ਦੇਖਣ ਨੂੰ ਮਿਲਿਆ। ਪੜ੍ਹੇ ਲਿਖੇ ਵਰਗ ਦੇ ਲੋਕਾਂ ਦਾ ਵੀ ਭਰਮ ਟੁੱਟ ਗਿਆ ਤੇ ਕਈ ਪੜ੍ਹੇ ਲਿਖੇ ਨੌਜਵਾਨਾਂ ਨੇ ਤਾਂ ਭਾਰਤੀ ਸਰਕਾਰ ਨਾਲੋਂ ਆਪਣਾ ਨਾਤਾ ਹੀ ਤੋੜ ਲਿਆ। ਸੋ ਅੱਜ ਦੇਖਿਆ, ਤੁਸੀਂ ਦੇਖਦੇ ਹੋ ਜਦੋਂ ਕਈ ਬੰਦੇ ਆਣ ਕੇ ਕਰ ਦਿੰਦੇ, ਯਾਰ ਮਾਰੇ ਜਾਵਾਂਗੇ, ਆਹ ਕਰ ਦਾਂਗੇ, ਜੇ ਆਪਾਂ ਗੱਲ ਕੀਤੀ ਸਾਡੇ ਆਪਣੇ ਹੀ ਸਾਡੀਆਂ ਆਣ ਕੇ ਡਹਿ ਪੈਂਦੇ ਸਾਨੂੰ ਸਿੱਖਿਆ ਦੇਣ ਵੀ ਭਾਈ ਤੁਸੀਂ ਗੱਲ ਕੀਤੀ ਨਾ ਤੇ ਇਹ ਨੁਕਸਾਨ ਹੋਊਗਾ। ਇਹ ਸਾਰਾ ਇਹ ਚੀਜ਼ ਜਿਹੜੀ ਸਾਡੇ ਨਾਲ ਵਾਪਰੀ ਉਹ 84 ਤੋਂ ਬਾਅਦ ਕਿ ਸਾਡੇ ਨੌਜਵਾਨਾਂ ਦੇ ਸੋਚ ਦੇ ਅੰਦਰ ਉਹ ਡਰ ਬਿਠਾਤਾ ਅਗਲਿਆਂ ਨੇ। ਉਹ ਚੀਜ਼ ਬਿਠਾਈ ਗਈ ਬੜੇ ਜ਼ੋਰ ਦੇ ਨਾਲ, ਉਹਨਾਂ ਨੂੰ ਕੁੱਟ ਕੇ ਜ਼ੁਲਮ ਕਰਕੇ। ਜਾਂ ਸਾਡੇ ਮਾਂ ਪਿਓ ਵੀ ਕਈ ਵਾਰੀ ਕਹਿ ਦਿੰਦੇ ਆ ਵੀ ਉੱਦਾਂ ਦੇ ਸਾਨੂੰ ਕਿਹਾ ਜਾਂਦਾ ਵੀ ਸੱਚ ਬੋਲੋ ਸੱਚ ਬੋਲੋ, ਜੇ ਅਸੀਂ ਸੱਚ ਬੋਲਦੇ ਸਾਡੇ ਮਾਂ ਪਿਓ ਵੀ ਰੋਕ ਦਿੰਦੇ, ਭਾਈ ਨਾ ਇੰਨਾ ਸਿੱਧਾ ਚੱਲ, ਤੇ ਇਹ ਨਹੀਂ ਉਹ ਚੱਲਿਆ ਜਾਣਾ ਸਿੱਧਾ, ਕਿ ਸਰਕਾਰਾਂ ਦੇ ਖਿਲਾਫ ਨਹੀਂ ਚੱਲਿਆ ਜਾਂਦਾ ਹੁੰਦਾ। ਉਹ ਸਾਰਾ ਕਿੱਥੋਂ ਆਇਆ? ਉਹ ਸਰਕਾਰ ਦਾ ਹੀ ਕੀਤਾ 84 ਤੋਂ ਬਾਅਦ, ਜਿਹੜਾ ਸਾਡੇ ਮਨਾਂ ਦੇ ਵਿੱਚ ਬਿਠਾ ਦਿੱਤਾ ਗਿਆ ਡਰ ਇੱਕ। ਤੇ ਪੜ੍ਹੇ ਲਿਖੇ ਵਰਗ ਦੇ ਲੋਕਾਂ ਦਾ ਵੀ ਭਰਮ ਟੁੱਟ ਗਿਆ ਤੇ ਕਈ ਪੜ੍ਹੇ ਲਿਖੇ ਨੌਜਵਾਨਾਂ ਨੇ ਤਾਂ ਭਾਰਤੀ ਸਰਕਾਰ ਨਾਲ ਆਪਣਾ ਨਾਤਾ ਹੀ ਤੋੜ ਲਿਆ। ਇਸ ਤਰ੍ਹਾਂ ਪੰਜਾਬ ਦਾ ਤੇ ਖਾਸ ਕਰਕੇ ਪੰਜਾਬ ਵਿੱਚ ਵਸਦੇ ਉਹਨਾਂ ਸਿੱਖਾਂ ਦਾ ਵੱਡੇ ਪੱਧਰ ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ, ਜਿਨ੍ਹਾਂ ਨੇ 2% ਦੀ ਗਿਣਤੀ ਹੋਣ ਦੇ ਬਾਵਜੂਦ ਵੀ ਭਾਰਤ ਦੀ ਆਜ਼ਾਦੀ ਲਈ 90% ਤੋਂ ਵੀ ਵੱਧ ਕੁਰਬਾਨੀਆਂ ਦਿੱਤੀਆਂ ਸਨ। ਘੱਲੂਘਾਰੇ ਤੋਂ ਬਾਅਦ ਤਕਰੀਬਨ ਇੱਕ ਦਹਾਕਾ ਖੁੱਲ੍ਹੇਆਮ ਬੇਦੋਸ਼ੀ ਸਿੱਖਾਂ ਦਾ ਕਤਲੇਆਮ ਜਾਰੀ ਰਿਹਾ ਅਤੇ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਸਾਰੇ ਜੱਗ ਵਿੱਚ ਭੰਡਿਆ ਗਿਆ। ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਇਹ ਜਾਰੀ ਹੈ। ਕਿੱਧਰੇ ਸਿੱਖ ਨੌਜਵਾਨੀ ਨਸ਼ਿਆਂ ਵਿੱਚ ਗਰਕ ਕੀਤਾ ਜਾ ਰਿਹਾ ਹੈ, ਕਿੱਧਰੇ ਉਹਨਾਂ ਦੀ ਮਾਨਸਿਕਤਾ ਨੂੰ ਕੋਝਾ ਬਣਾਇਆ ਜਾ ਰਿਹਾ ਹੈ। ਸਿੱਖ ਨੌਜਵਾਨਾਂ ਨੂੰ ਸਿੱਖੀ ਵਿਚਾਰਧਾਰਾ ਤੋਂ ਦੂਰ ਕਰਨ ਲਈ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਹਨ। ਸਿਆਸੀ ਲੋਕਾਂ ਦੀ ਸੋਚ ਸਿਰਫ ਆਪਣੀ ਕੁਰਸੀ ਤੱਕ ਹੀ ਸੀਮਤ ਹੈ। ਉਹਨਾਂ ਨੂੰ ਕੌਮੀ ਦਰਦ ਨਾਲ ਕੋਈ ਸਰੋਕਾਰ ਨਹੀਂ ਰਿਹਾ। ਧਾਰਮਿਕ ਅਦਾਰੇ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਕੰਨੀ ਕਤਰਾਉਂਦੇ ਨਜ਼ਰ ਆਉਂਦੇ ਹਨ। ਅੱਜ ਲੋੜ ਹੈ ਕਿ ਸਿੱਖ ਆਪਣੇ ਭਵਿੱਖ ਦੀ ਸਿਰਜਣਾ ਕਰਨ। ਸੰਸਥਾ ਇਤਿਹਾਸ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇਸ ਕਿਤਾਬ ਵਿੱਚ 1984 ਦੇ ਕਾਰਨਾਂ ਉੱਪਰ ਡੂੰਘੀ ਵਿਚਾਰ ਚਰਚਾ ਭਰਪੂਰ ਲੇਖ ਹਨ। ਇਹਨਾਂ ਵਿੱਚੋਂ ਕੁਝ ਲੇਖ ਸੰਸਥਾ ਇਤਿਹਾਸ ਦੇ ਮੋਢੀ ਡਾਕਟਰ ਸੁਖਬੀਰ ਸਿੰਘ ਉਦੋਕੇ ਜੀ ਦੁਆਰਾ ਲਿਖਤ ਹਨ ਤੇ ਕੁਝ ਹੋਰ ਵਿਦਵਾਨਾਂ ਦੁਆਰਾ ਲਿਖਤ ਹਨ। ਜਿੱਥੇ ਇਹ ਲੇਖ ਜੂਨ 1984 ਘੱਲੂਘਾਰੇ ਦੇ ਕਾਰਨਾਂ ਅਤੇ ਕੌਮ ਦੇ ਹੋਏ ਨੁਕਸਾਨ ਉੱਪਰ ਚਾਨਣਾ ਪਾਉਂਦੇ ਹਨ, ਉੱਥੇ ਇਹਨਾਂ ਤੱਥਾਂ ਉੱਪਰ ਵੀ ਵਿਚਾਰ ਚਰਚਾ ਹੈ ਕਿ ਜੂਨ 1984 ਦੇ ਜ਼ਖਮਾਂ ਵਿੱਚ ਸਿਮ ਦੇ ਖੂਨ ਨਾਲ ਅਸੀਂ ਆਪਣੀ ਕੌਮ ਦੀ ਤਕਦੀਰ ਕਿਵੇਂ ਲਿਖਣੀ ਹੈ। ਆ ਸ਼ੈਖ ਤੁਝੇ ਬਤਲਾऊं ਤਕਦੀਰੇ ਉਮਾ ਕਿਆ ਹੈ, ਤੇਗੋ ਸਨਾਨ ਅਵਲ ਤਾਊ ਸੇ ਔਰ ਰਵਾਬ ਆਖਿਰ। ਪ੍ਰੋਫੈਸਰ ਰਣਜੀਤ ਸਿੰਘ ਜੀ ਭੱਟੀ। ਘੱਲੂਘਾਰਾ ਜੂਨ ਦੇ ਸੰਤਾਪ ਉਪਰੰਤ ਰਾਹ ਤਲਾਸ਼ ਦੇ ਕੁਝ ਸ਼ਬਦ। ਸਰਬੱਤ ਦੇ ਭਲੇ ਦੀ ਵਿਚਾਰਧਾਰਾ ਹਿਰਦੇ ਅੰਦਰ ਵਸਾ ਕੇ ਜਲਦੇ ਜਗਤ ਜਲੰਦੇ ਨੂੰ ਹਲੀਮੀ ਰਾਜ ਦੇ ਪੂਰਨ ਆਜ਼ਾਦੀ ਭਰੇ ਖਿੱਤੇ ਤੱਕ ਲੈ ਜਾਣ ਵਾਲੇ ਕਾਫਲੇ ਦਾ ਸਾਕਾਰ ਰੂਪ ਸੰਗਠਿਤ ਖਾਲਸਾ ਹੈ। ਹਲੀਮੀ ਰਾਜ ਦਾ ਸੰਕਲਪ ਸਿੱਖ ਜੀਵਨ ਜਾਂਚ ਦਾ ਅੰਤਿਮ ਨਿਸ਼ਾਨਾ ਅਤੇ ਮੰਜ਼ਿਲ ਹੈ। ਉੱਚ ਆਤਮਿਕ ਅਵਸਥਾ, ਨਾਮ ਜਪਣ ਵਾਲੀ, ਕਿਰਤ ਕਰਨ ਵਾਲੀ ਤੇ ਵੰਡ ਕੇ ਖਾਣ ਵਾਲੀ, ਭ੍ਰਿਸ਼ਟਾਚਾਰ ਅਤੇ ਬੇਈਮਾਨੀ ਸਦਕਾ 71 ਸਾਧਨਾ ਤੋਂ ਮੁਕਤ ਧਰਮ ਦੀ ਕਿਰਤ ਕਰਨੀ ਅਤੇ ਹੱਥ ਦੇ ਕੇ ਭਲਾ ਮਨਾਉਣ ਦੀ ਭਾਵਨਾ ਨਾਲ ਵੰਡ ਕੇ ਛਕਣਾ, ਇਸ ਖਾਲਸਾਈ ਜੀਵਨ ਜਾਂਚ ਦੇ ਐਸੇ ਸਰਬ ਕਲਿਆਣੀ ਥੰਮ ਹਨ, ਜਿਨ੍ਹਾਂ ਨਾਲ ਨਾ ਸਭ ਸੁਖਾਲੀ ਉੱਠੀਆਂ
ਜਿਸ ਖਿੱਤੇ ਵਿੱਚ ਸਾਰੇ ਆਨੰਦਮਈ ਸੁਖਦ ਜੀਵਨ ਬਤੀਤ ਕਰਦੇ ਹਨ। ਵਾਲੇ ਬੇਗਮਪੁਰੇ ਹਲੀਮੀ ਰਾਜ ਦਾ ਨਿਰੂਪਣ ਕੀਤਾ ਜਾ ਸਕਦਾ ਹੈ। ਕੌਮ ਜੇਕਰ ਸੰਗਠਿਤ ਹੋਵੇ ਤਾਂ ਇੱਕ ਜ਼ਿਕਰਯੋਗ ਹੈ ਕਿ ਖਾਲਸਾ ਸੰਗਠਿਤ ਨਿਰੰਤਰ ਇਕਸਾਰ ਪ੍ਰਵਾਹ ਦੀ ਕਿਰਿਆ ਦਾ ਸੂਚਕ ਹੈ। ਇੱਕ ਵੀ ਕੌਮੀ ਅੰਗ ਉੱਪਰ ਲੱਗੇ ਦਰਦ ਦੀ ਕਸਕ ਸਮੁੱਚੇ ਸੰਗਠਿਤ ਢਾਂਚੇ ਨੂੰ ਮਹਿਸੂਸ ਹੁੰਦੀ ਹੈ। ਸ਼ਾਇਰੇ ਮਸ਼ਰਕ ਡਾਕਟਰ ਮੁਹੰਮਦ ਇਕਬਾਲ ਨੇ ਬੜਾ ਸੁੰਦਰ ਬਿਆਨ ਕੀਤਾ ਹੈ ਕਿ ਸਰੀਰ ਦੇ ਕਿਸੇ ਵੀ ਅੰਗ ਦਾ ਦੁੱਖ ਹੰਝੂ ਬਣ ਕੇ ਅੱਖ ਦੇ ਜ਼ਰੀਏ ਹੀ ਵਹਿੰਦਾ ਹੈ। ਮੁਬਤਲਾਏ ਦਰਦ ਕੋਈ ਖੁਦ ਬ ਖੁਦ ਰੋਤੀ ਹੈ ਆਖ, ਕਿਸ ਕਦਰ ਹਮਦਰਦ ਸਾਰੇ ਜਿਸਮ ਕੀ ਹੋਤੀ ਹੈ ਆਖ। ਉਹਨਾਂ ਨੇ ਇਹਦਾ ਕੀਤਾ ਵੀ ਸਾਰਾ ਜਿਹੜਾ ਕੌਮ ਦਾ ਜੇ ਸਾਡੀ ਇਕੱਠੀ ਹੋਵੇ ਜਾਂ ਉਹਨੂੰ ਭਾਵੇਂ ਵੱਖੋ ਵੱਖ ਜਥੇਬੰਦੀਆਂ 'ਚ ਵੀ ਵੇਚਣ ਦੀ ਆ, ਪਰ ਉਹਨਾਂ ਦੀ ਅਕਾਲ ਤਖਤ ਨੂੰ ਸਮਰਪਿਤ ਹੋਵੇ ਤੇ ਹੰਝੂ ਜਿਹੜਾ ਸਾਰੀ ਕੌਮ ਦਾ ਡਿੱਗਦਾ, ਜਿੱਦਾਂ ਸਰੀਰ ਦੇ ਕਿਸੇ ਵੀ ਅੰਗ ਤੇ ਸੱਟ ਲੱਗਦੀ ਤੇ ਹੰਝੂ ਜਿਹੜਾ ਮੁੜ ਕੇ ਅੱਖ ਦੇ ਥਰੂ ਹੀ ਆਉਂਦਾ, ਪਾਣੀ ਸਾਡੇ ਨਿਕਲਦਾ। ਤੇ ਉਸ ਤਰੀਕੇ ਜੇ ਸਾਡੀ ਕੌਮ ਵੀ ਅਕਾਲ ਤਖਤ ਸਾਹਿਬ ਦੇ ਸਮਰਪਿਤ ਹੋਵੇ ਸਾਰੀ, ਤੇ ਕਿਸੇ ਦੀ ਵੀ ਸੱਟ ਲੱਗੇ ਤੇ ਸਾਰੀ ਕੌਮ ਉਹ ਦਰਦ ਨੂੰ ਫੀਲ ਕਰੇ, ਮਹਿਸੂਸ ਕਰੇ। ਕੋਈ ਸ਼ੱਕ ਨਹੀਂ ਕਿ ਸੰਗਠਿਤ ਕੌਮੀ ਢਾਂਚੇ ਨਾਲ ਵਾਪਰੀ ਕੋਈ ਵੀ ਘਟਨਾ ਜਾਂ ਮੰਦ ਘਟਨਾ ਸਮੁੱਚੇ ਢਾਂਚੇ ਨੂੰ ਪ੍ਰਭਾਵਿਤ ਕਰਦੀ ਹੈ। ਘੱਲੂਘਾਰਾ ਜੂਨ 84 ਸੰਗਠਿਤ ਖਾਲਸਾ ਕੌਮ ਦੀ ਵਿਲੱਖਣ ਹੋਂਦ, ਹਸਤੀ, ਨਿਆਰੇਪਨ ਅਤੇ ਗੈਰਤ ਉੱਪਰ ਹੁਕਮਰਾਨੀ ਤਾਕਤਾਂ ਵੱਲੋਂ ਕੀਤਾ ਗਿਆ ਵਿਉਂਤਬੰਦ ਹੱਲਾ ਸੀ, ਜਿਸ ਦਾ ਨਿਸ਼ਾਨਾ ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਤਖਤੇ ਅਕਾਲ ਨੂੰ ਹਿੰਦੂਤਵ ਦੇ ਦੁਨਿਆਵੀ ਤਖਤ ਅੱਗੇ ਝੁਕਾਉਣਾ ਸੀ। ਪਰੰਤੂ ਬਾਬਾ ਏ ਕੌਮ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਇਸ ਤਖਤ ਦੀ ਅਜ਼ਮਤ ਖਾਤਰ ਜਾਮੇ ਸ਼ਹਾਦਤ ਪ੍ਰਾਪਤ ਕਰਕੇ ਕੌਮ ਨੂੰ ਹਲੂਣਾ ਦੇ ਗਏ ਕਿ ਖਾਲਸਾਈ ਤਖਤਾਂ ਦੇ ਵਾਰਿਸ ਦਿੱਲੀ ਦੇ ਤਖਤਾਂ ਦੇ ਗੁਲਾਮ ਨਹੀਂ ਹੋ ਸਕਦੇ। 29 ਸਾਲ ਕਰੀਬ ਬੀਤ ਜਾਣ ਦੇ ਬਾਅਦ ਵੀ ਭਾਵੇਂ ਹਰ ਸੁਹਿਰਦ ਪੰਥ ਦਰਦੀ ਦੇ ਮਨ ਅੰਦਰ ਇਸ ਘੱਲੂਘਾਰੇ ਦੀ ਕਸਕ ਜਿਉਂ ਦੀ ਤਿਉਂ ਕਾਇਮ ਹੈ। 29 ਸਾਲ ਉਹ ਜਦੋਂ ਕਿਤਾਬ ਲਿਖੀ ਉਹਨਾਂ ਨੇ, ਉਹਦੇ ਅਕੋਰਡਿੰਗ 29 ਹੁਣ ਤੇ 37 ਸਾਲ ਹੋ ਗਏ ਆਈ ਥਿੰਕ। ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਘੱਲੂਘਾਰੇ ਤੋਂ ਬਾਅਦ ਐਸੇ ਸਿੰਘ ਸੂਰਮੇ ਹੁਕਮਰਾਨੀ ਤਾਕਤਾਂ ਖਿਲਾਫ ਮੈਦਾਨੇ ਜੰਗ ਵਿੱਚ ਨਿੱਤਰੇ, ਜਿਨ੍ਹਾਂ ਦੇ ਵਹਿੰਦੇ ਹੰਝੂਆਂ ਨੂੰ ਅੱਖਾਂ ਚੋਂ ਵਹਿੰਦੇ ਜੋਸ਼ੀਲੇ ਲਹੂ ਦਾ ਰੂਪ ਦਿੱਤਾ ਤੇ ਤਖਤੇ ਅਕਾਲ ਦੀ ਬੇਹਰਮਤੀ ਦਾ ਬਦਲਾ ਲੈ ਕੇ ਖਾਲਸਾਈ ਜਾਹੋ ਜਲਾਲ ਭਰੀ ਅੱਖ ਦੀ ਤੱਕਣੀ ਦਾ ਦੁਨੀਆ ਨੂੰ एहसास करवा दस्या कि रगों में बहने वाले लहू के हम नहीं कायल, जो आंख में ना उतरे वो लहू क्या है। ਖਾਲਸਾਈ ਜੀਵਨ ਪੰਥ ਦੇ ਨਿਰੰਤਰ ਵਹਿੰਦੇ ਹਲੀਮੀ ਰਾਜ ਦੇ ਪ੍ਰਾਪਤੀ ਦੇ ਪ੍ਰਵਾਹ ਵਿੱਚ ਕੇਵਲ ਤਖਤ ਅਤੇ ਤਖਤਾਂ ਦੀ ਅੰਤਿਮ ਮੰਜ਼ਿਲ ਹਨ। ਕੋਈ ਤੀਜਾ ਰਾਹ ਇਸ ਦਰਮਿਆਨ ਨਹੀਂ। ਖਾਲਸਾ ਜਾਂ ਬਾਗੀ ਹੈ ਜਾਂ ਬਾਦਸ਼ਾਹ ਹੈ। ਗੁਲਾਮੀ ਅਤੇ ਕਾਇਰਤਾ ਖਾਲਸਾਈ ਜੀਵਨ ਜਾਂਚ ਦਾ ਅੰਗ ਨਹੀਂ ਹਨ। ਬਾਗੀਆਨਾ ਪੰਧ ਨੂੰ ਤਿਆਗ ਜਿਹੜੇ ਲੋਕ ਖੁਦਾਈ ਬਾਦਸ਼ਾਹਤ ਨੂੰ ਤਿਲਾਂਜਲੀ ਦੇ ਕੇ ਹੋਰ ਦੁਨਿਆਵੀ ਬਾਦਸ਼ਾਹ ਦੇ ਜ਼ਹਰ ਖਰੀਦ ਮੋਹਰੇ ਬਣਦੇ ਹਨ, ਉਹਨਾਂ ਨੂੰ ਇਤਿਹਾਸ ਆਪਣੀ ਬੁੱਕਲ ਵਿੱਚ ਨਹੀਂ ਲੈਂਦਾ, ਪਰੰਤੂ ਜ਼ੁਲਮੀ ਹਕੂਮਤਾਂ ਖਿਲਾਫ ਬਾਗੀ ਬਣ ਕੇ ਬਾਦਸ਼ਾਹੀ ਤਖਤ ਵੱਲ ਪਹੁੰਚਣ ਵਾਲੀਆਂ ਪੈੜਾਂ ਜਿੱਥੇ ਇਤਿਹਾਸ ਦਾ ਅੰਗ ਬਣਦੀਆਂ ਹਨ, ਉੱਥੇ ਨਾਲ ਹੀ ਭਵਿੱਖ ਦੀਆਂ ਨਸਲਾਂ ਦਾ ਮਾਰਗ ਦਰਸ਼ਨ ਕਰਦੀਆਂ ਹਨ। ਇਸ ਸੰਘਰਸ਼ਮਈ ਇਤਿਹਾਸ ਵਿੱਚੋਂ ਹੀ ਖਾਲਸਾ ਪੰਥ ਦਾ ਸਿਧਾਂਤ ਪ੍ਰਚੰਡ ਜਵਾਲਾ ਵਾਂਗ ਪ੍ਰਕਾਸ਼ਮਾਨ ਹੁੰਦਾ ਹੈ ਕਿ ਕਹਿ ਰਾਜ ਕਰੇ ਹੈ ਕਿ ਲੜ ਮਰੇ ਹੈ। ਰਾਜ ਕਰਨਾ ਜਾਂ ਲੜ ਮਰਨਾ, ਬਾਗੀ ਜਾਂ ਬਾਦਸ਼ਾਹ, ਤਖਤਾਂ ਜਾਂ ਤਖਤ, ਦੋਹਾਂ ਚੋਂ ਇੱਕ ਹੀ ਪ੍ਰਾਪਤੀ ਹੈ। ਤੀਜਾ ਰਸਤਾ ਜੋ ਕਾਇਰਤਾ, ਗੁਲਾਮੀ ਅਤੇ ਰਹਿਮ ਦੀ ਭੀਖ ਹੈ, ਉਹ ਪੰਥਕ ਪੰਧ ਦੇ ਮੀਲ ਪੱਥਰਾਂ ਵਿੱਚ ਨਹੀਂ ਆਉਂਦਾ। ਬਾਬਾ ਏ ਕੌਮ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਇਸ ਸਦੀ ਦੇ ਇਤਿਹਾਸ ਤੋਂ ਵੱਡੇ ਕੱਦ ਦੇ ਜਰਨੈਲ ਹੋ ਨਿਬੜੇ, ਜਿਸ ਜਰਨੈਲ ਦੀਆਂ ਪੈੜਾਂ ਵੀ ਇਤਿਹਾਸ ਬਣ ਗਈਆਂ। ਹਲੇਮੀ ਰਾਜ ਦੀ ਸਿਰਜਣਾ ਹੇਤ ਸੰਤਾਂ ਦੀ ਸ਼ਹਾਦਤ ਕੌਮੀ ਗੌਰਵਮਈ ਇਤਿਹਾਸ ਦਾ ਹਿੱਸਾ ਬਣ ਗਈ। ਘੱਲੂਘਾਰਾ 84 ਤੋਂ ਬਾਅਦ ਕੌਮੀ ਆਜ਼ਾਦੀ ਦੇ ਸੰਘਰਸ਼ ਦੌਰਾਨ ਹੋਈਆਂ ਸ਼ਹਾਦਤਾਂ ਦੀ ਗੱਲ ਕਰੀਏ ਤਾਂ ਕੋਈ ਸ਼ੱਕ ਸੁਭਾਅ ਨਹੀਂ ਕਿ ਬਾਬਾ ਏ ਕੌਮ ਸੰਤ ਬਾਬਾ ਜਰਨੈਲ ਸਿੰਘ ਜੀ ਨੌਜਵਾਨੀ ਦੇ ਦਿਲਾਂ ਦੀ ਧੜਕਣ ਸਨ। ਇਹੀ ਕਾਰਨ ਸੀ ਕਿ ਕੇਵਲ ਸੰਤਾਂ ਦੇ ਬੋਲ ਹੀ ਨੌਜਵਾਨਾਂ ਵਿੱਚ ਬਾਗੀ ਤਬੀਅਤ ਦਾ ਪ੍ਰਵਾਹ ਕਰ ਜਾਂਦੇ ਅਤੇ ਉਹਨਾਂ ਦੇ ਕਦਮ ਬਾਦਸ਼ਾਹਤ ਦੀ ਪ੍ਰਾਪਤੀ ਲਈ ਹੁਕਮਰਾਨੀ ਬਾਦਸ਼ਾਹਤ ਖਿਲਾਫ ਡਟ ਜਾਂਦੇ। ਸ਼ਾਇਦ ਗੁਰਮਤ ਜੀਵਨ ਜਾਂਚ ਅਤੇ ਗੁਰਬਾਣੀ ਰਸ ਵਿੱਚ ਲਿਬਰੇਜ ਸੰਤਾਂ ਦੇ ਮੁੱਖ ਵਿੱਚੋਂ ਨਿਕਲੇ ਬੋਲਾਂ ਦੀ ਤਸੀਰ ਸੀ ਕਿ ਇਸ ਸਦੀ ਵਿੱਚ ਵੀ ਬਾਗੀ ਜਾਂ ਬਾਦਸ਼ਾਹ ਦਾ ਸੰਕਲਪ
ਦ੍ਰਿਸ਼ਮਾਨ ਹੋਇਆ। ਕੋਈ ਅਥ ਕਥਨੀ ਨਹੀਂ ਕਿ ਅਜੋਕੇ ਨਿਘਾਰ ਦੀ ਦਸ਼ਾ ਵਿੱਚ ਇਸ ਮਰਦੇ ਮੁਜਾਹਿਦ ਦੀ ਘਾਟ ਹਰ ਪੰਥ ਦਰਦੀ ਨੂੰ ਮਹਿਸੂਸ ਹੁੰਦੀ ਹੈ, ਅਤੇ ਹਰ ਪੰਥ ਦਰਦੀ ਦੇ ਹਿਰਦੇ ਵਿੱਚ ਕਿਸੇ ਅਦੀਬ ਦੇ ਕਥਨ ਗੂੰਜਦੇ ਹਨ। ਸੁਣ ਰਾਹੀਆਂ ਕਰਮਾਂ ਵਾਲਿਆ, ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ, ਮੇਰੇ ਦਿਨ ਨੂੰ ਖਾ ਗਈ ਰਾਤ। ਪਰੰਤੂ ਹਰ ਰਾਤ ਤੋਂ ਬਾਅਦ ਦਿਨ ਦਾ ਚੜ੍ਹਾਅ ਵੀ ਕੁਦਰਤੀ ਪ੍ਰਕਿਰਿਆ ਦਾ ਹਿੱਸਾ ਹੈ, ਅਤੇ ਓੜਕ ਇਹ ਰਾਤ ਜ਼ਰੂਰ ਮੁੱਕੇਗੀ। ਲੋੜ ਹੈ ਹਰ ਮੁਹਾਜ ਉੱਪਰ ਕੌਮੀ ਫਰਜ਼ ਨੂੰ ਪਛਾਣੀਏ। ਕਿਸੇ ਅਦੀਬ ਦਾ ਕਥਨ ਹੈ ਕਿ ਸੰਘਰਸ਼ ਦੀ ਖੜੋਤ ਦੇ ਮੌਕੇ ਤਾਂ ਬੁਲਬੁਲ ਨੂੰ ਵੀ ਅਜਿਹੇ ਬੀਰ ਰਸੀ ਤਰਾਨੇ ਛੇੜਨੇ ਚਾਹੀਦੇ ਹਨ ਜੋ ਕਬੂਤਰਾਂ ਵਿੱਚ ਵੀ ਬਾਜ਼ ਦਾ ਜਿਗਰ ਪੈਦਾ ਕਰ ਦੇਣ। ਨਵਾਂ ਪਰੋ ਹਵਾਏ ਬੁਲਬੁਲੇ ਕੇ ਹੋ ਤੋ ਤੇਰੇ ਤੁਰਨਮ ਸੇ, ਕਬੂਤਰ ਕੇ ਤਨੇ ਨਾਜ਼ੁਕ ਮੇ ਸ਼ਾਹੀ ਕਾ ਜਿਗਰ ਪੈਦਾ। ਜੂਨ ਦਾ ਮਹੀਨਾ ਸਿੱਖ ਤਵਾਰੀਖ ਵਿੱਚ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਅੱਛਾ, ਇਹ ਬੜਾ ਮੈਨੂੰ ਨਾ ਵਧੀਆ ਲੱਗੀ ਇਹ ਚੀਜ਼ ਉਹਨਾਂ ਦੀ, ਕਿ ਕਹਿੰਦੇ ਵੀ ਜਦੋਂ ਜਿੱਦਾਂ ਖੜੋਤ ਆਈ, ਸਾਡੀ ਖੜੋਤ ਜਿਹੜੀ ਤੋੜੀ ਆ ਦੀਪ ਸਿੱਧੂ ਨੇ, ਸ਼ਹੀਦ ਭਾਈ ਦੀਪ ਸਿੱਧੂ ਨੇ, ਕਿ ਉਹਨਾਂ ਤੋਂ ਪਹਿਲਾਂ ਬਿਲਕੁਲ ਹੀ ਉਹ ਸੰਤਾਂ ਤੋਂ ਬਾਅਦ ਨਹੀਂ ਕਵਾਂਗੇ, ਜਿਹੜੀ 1992 ਦੀਆਂ ਇਲੈਕਸ਼ਨਾਂ ਤੋਂ ਬਾਅਦ ਜਿਹੜੀ ਖੜੋਤ ਆਈ ਆ, ਉਹ ਤੋੜੀ ਸਾਡੇ ਵੀਰ ਨੇ ਆਣ ਕੇ। ਤੇ ਉਹ ਕਹਿੰਦਾ ਵੀ ਇਦਾਂ ਦੇ ਜਿਹੜਾ ਖੜੋਤ ਵਾਲਾ ਮਾਹੌਲ ਹੁੰਦਾ, ਉਹਦੇ 'ਚ ਬੁਲਬੁਲ ਨੂੰ ਵੀ ਇਦਾਂ ਦੇ ਤਰਾਨੇ ਜਾਂ ਇਦਾਂ ਦੇ ਬੀਰ ਰੱਸੀ ਜਿਹੜੇ ਉਹ ਰਾਗ ਪੜ੍ਹਨੇ ਚਾਹੀਦੇ ਆ, ਕਿ ਉਹ ਕਬੂਤਰਾਂ ਵਿੱਚ ਵੀ ਬਾਜ਼ ਦਾ ਜਿਗਰਾ ਪੈਦਾ ਕਰ ਦੇਣ। ਤੇ ਇਹ ਸਾਡਾ ਜਿਹੜਾ ਵੀ ਇੱਥੇ ਪੰਥ ਦਾ ਦਰਦ ਰੱਖਦਾ, ਜਾਂ ਉਹ ਸਿੱਖ ਰਾਜ ਦੀ ਜਾਂ ਸਿੱਖ ਕੌਮ ਦੀ ਗੱਲ ਕਰਦਾ, ਸੋ ਉਹਦਾ ਵੀ ਇਹੀ ਫਰਜ਼ ਬਣਦਾ, ਉਹ ਜਿੱਥੇ ਬੈਠਾ ਹੋਵੇ ਉਹ ਕੋਈ ਵੀ ਢਹਿੰਦੀ ਕਲਾ ਦੀ ਗੱਲ ਨਾ ਕਰੇ, ਚੜ੍ਹਦੀ ਕਲਾ ਦੀਆਂ ਬਾਤਾਂ ਪਾਵੇ ਉਹ, ਤੇ ਇਦਾਂ ਦੀਆਂ ਵੀਰ ਰਸੀ ਗੱਲਾਂ ਕਰੇ ਕਿ ਹਰ ਕੋਈ ਉਹ ਚੀਜ਼ ਵਾਸਤੇ ਜਿਹੜਾ ਕੈਰ ਤੋਂ ਕੈਰ ਬੰਦਾ, ਜਾਂ ਕਹਿ ਲਓ ਕਿ ਬੁਜ਼ਦਿਲ ਤੋਂ ਬੁਜ਼ਦਿਲ ਬੰਦਾ, ਉਹਦੇ ਅੰਦਰ ਵੀ ਇੱਕ ਹਾਂ ਦਾ ਨਾਰਾ ਮਾਰਨ ਦੀ ਜਾਂ ਉਸ ਚੀਜ਼ ਵਾਸਤੇ ਲੜਨ ਦੀ ਤਮੰਨਾ ਜਿਹੜੀ ਉਹਦੇ ਅੰਦਰ ਉੱਠ ਖੜੀ ਹੋਵੇ। ਸੋ ਇਦਾਂ ਦੀਆਂ ਸਾਨੂੰ ਬਾਤਾਂ ਪਾਉਣੀਆਂ ਚਾਹੀਦੀਆਂ, ਗੱਲਾਂ ਕਰਨੀਆਂ ਚਾਹੀਦੀਆਂ। ਜੂਨ ਦਾ ਮਹੀਨਾ ਸਿੱਖ ਤਵਾਰੀਖ ਵਿੱਚ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਇਹ ਜੇਠ ਹਾੜ ਦਾ ਹੀ ਸਮਾਂ ਸੀ ਜਦੋਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਨੇ ਜਗਤ ਜਲੰਦੇ ਦੀ ਰੱਖਿਆ ਹੇਠ ਜਾਮੇ ਸ਼ਹਾਦਤ ਪੀਤਾ। ਦਰਅਸਲ ਇਤਿਹਾਸਕ ਸਰੋਤਾਂ ਦੀ ਕੋਖਵੀਂ ਪੜਤਾਲ ਕਰੀਏ ਤਾਂ ਭਾਰਤੀ ਤਵਾਰੀਖ ਵਿੱਚ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਕਿਸੇ ਵੀ ਸ਼ਹੀਦ ਦਾ ਜ਼ਿਕਰ ਨਹੀਂ ਮਿਲਦਾ। ਜੂਨ ਦੇ ਮਹੀਨੇ ਵਿੱਚ ਹੀ ਸਿੱਖ ਕੌਮ ਦੇ 2 ਐਸੇ ਜਰਨੈਲਾਂ ਦੇ ਸ਼ਹੀਦੀ ਦਿਨ ਵੀ ਆਉਂਦੇ ਹਨ, ਜਿਨ੍ਹਾਂ ਦਾ ਵਰਤਾਂਤ ਅਤੇ ਦੁਖਾਂਤ ਵੀ ਆਪਸ ਵਿੱਚ ਗੂੜੀ ਸਾਂਝ ਰੱਖਦਾ ਹੈ, ਅਤੇ ਜਿਨ੍ਹਾਂ ਦੀ ਸੁੱਤੀ ਹੋਈ ਅਤੇ ਬੇਗੈਰਤ ਹੁੰਦੀ ਜਾ ਰਹੀ ਕੌਮ ਦੀਆਂ ਰਗਾਂ ਅੰਦਰ ਅਣਖੀਲਵੇਂ ਲਾਵੇ ਦਾ ਪ੍ਰਵਾਹ ਚਾਲੂ ਕੀਤਾ। ਇਹ ਹਨ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਦੂਸਰੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਦੋਵਾਂ ਹੀ ਜਰਨੈਲਾਂ ਨੂੰ ਕੌਮ ਦੇ ਬੇਤਾਜ ਬਾਦਸ਼ਾਹ ਹੋਣ ਦਾ ਮਾਣ ਹਾਸਲ ਹੈ। ਭਾਵੇਂ ਕਿ ਬਾਬਾ ਬੰਦਾ ਸਿੰਘ ਜੀ ਨੇ ਮੁਗਲ ਰਾਜ ਨੂੰ ਜਿੱਤ ਕੇ ਵੀ ਆਪਣੀ ਤਾਜਪੋਸ਼ੀ ਨਹੀਂ ਕਰਵਾਈ, ਅਤੇ ਸੰਤ ਬਾਬਾ ਜਰਨੈਲ ਸਿੰਘ ਨੇ ਭਾਰਤੀ ਹਕੂਮਤ ਦੇ ਜ਼ੁਲਮ ਰਾਜ ਦੇ ਖਿਲਾਫ ਸੰਘਰਸ਼ ਆਰੰਭ ਕਰਕੇ ਆਪਣੀ ਅਣਖੀਲੀ ਸ਼ਹਾਦਤ ਪ੍ਰਾਪਤ ਕਰਕੇ ਸਿੱਖ ਕੌਮ ਦੇ ਮਹਾਨ ਸ਼ਹੀਦ ਦਾ ਰੁਤਬਾ ਹਾਸਲ ਕੀਤਾ। ਜੇਕਰ ਸਿੱਖ ਤਵਾਰੀਖ ਦੀ ਕੋਖ ਕਰੀਏ ਤਾਂ ਦੋਹਾਂ ਹੀ ਜਰਨੈਲਾਂ ਨਾਲ ਆਪਣਿਆਂ ਹੀ ਵਿਸਾਹਘਾਤ ਕੀਤਾ, ਅਤੇ ਤਵਾਰੀਖ ਦਾਨਾਂ ਨੇ ਕੇਵਲ ਮਜ਼ਹਬੀ ਜਨੂੰਨ ਅਧੀਨ ਹੀ ਦੋਵਾਂ ਜਰਨੈਲਾਂ ਵਾਲੇ ਰੌਲਾ ਘਚੋਲਾ ਪਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਸਿਆਰੇ ਉਲ ਮੁਤਾਖਰੀਨ ਦੇ ਕਰਤਾ ਗੁਲਾਮ ਹੁਸੈਨ ਨੇ ਬਾਬਾ ਬੰਦਾ ਸਿੰਘ ਬਾਰੇ ਅਪਸ਼ਬਦਾਵਲੀ ਵਰਤੀ ਵਿੱਚ ਕੋਈ ਕਸਰ ਨਹੀਂ ਛੱਡੀ, ਅਤੇ ਦੂਸਰੇ ਪਾਸੇ ਬਾਬਾ ਜਰਨੈਲ ਸਿੰਘ ਬਾਰੇ ਅਪਸ਼ਬਦਾਵਲੀ ਵਰਤਣ ਵਾਲੇ ਲੋਕਾਂ ਨੇ ਵੀ ਰੱਜ ਕੇ ਕਸਰ ਪੂਰੀ ਕੀਤੀ ਹੈ। ਭਾਈ ਗੁਰਦਾਸ ਜੀ ਦੀ ਇੱਕ ਤੁਕ ਇਸ ਵਰਤਾਰੇ ਬਾਰੇ ਬਾਰ-ਬਾਰ ਜ਼ਿਹਨ ਵਿੱਚ ਆ ਜਾਂਦੀ ਹੈ ਕਿ ਸਭਨਾ ਕੇ ਸਿਰ ਗੁੰਦੀਆਂ ਗੰਜੀ ਗੁਰ ਉਡਾਵੇ। ਭਾਈ ਗੁਰਦਾਸ ਜੀ ਗੰਜੀਆਂ ਤਰਮੀਤਾਂ ਕੋਲੋਂ ਸੋਹਣੇ ਕੇਸਾਂ ਵਾਲੇ ਤਰਮੀਤਾਂ ਕਿੱਥੇ ਬਰਦਾਸ਼ਤ ਹੁੰਦੀਆਂ ਹੈ। ਖੈਰ, ਇਹ 2 ਜਰਨੈਲਾਂ ਦੀ ਸ਼ਹਾਦਤ ਤੋਂ ਬਾਅਦ ਕੌਮ ਦੇ ਹਾਲਾਤ ਨੂੰ ਸਮਝਣਾ ਅਤੇ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਭਾਵੇਂ ਸਿੱਖ ਕੌਮ ਨਾਲ ਬਹੁਤ ਹੀ ਭਿਆਨਕ ਕਾਂਡ ਵਾਪਰੇ, ਪਰੰਤੂ ਸਿੱਖ ਜਰਨੈਲਾਂ ਦੀ ਦੂਰਅੰਦੇਸ਼ੀ, ਸਿਆਣਪ, ਇਕਮੁੱਠਤਾ ਅਤੇ ਨਿਸ਼ਾਨੇ ਦੀ ਪੂਰਤੀ ਦੇ ਮਹੱਤਵ ਨੇ ਏਸ਼ੀਆ ਦੀ ਸਭ ਤੋਂ ਵੱਡੀ ਸਲਤਨਤ ਨੂੰ 1.5 ਦਹਾਕੇ ਵਿੱਚ ਇੰਨਾ
ਅਤੇ ਕਮਜ਼ੋਰ ਕਰ ਦਿੱਤਾ ਕਿ ਸਿੱਖਾਂ ਵੱਲ ਨਵਾਬੀ ਦੀ ਪੇਸ਼ਕਸ਼ ਭੇਜਣੀ ਪਈ ਅਤੇ ਗੁਰੂ ਦੇ ਲਾਲਾਂ ਨੇ ਇਹ ਕਹਿ ਕੇ ਨਵਾਬੀ ਠੁਕਰਾ ਦਿੱਤੀ ਕਿ ਹਮਕੋ ਲੋੜ ਨਵਾਬੀ ਨਹੀਂ। ਇਸ ਦਾ ਇਹ ਭਾਵ ਨਹੀਂ ਕਿ ਸਿੱਖ ਰਾਜ ਨਹੀਂ ਚਾਹੁੰਦਾ, ਸਗੋਂ ਇਹ ਭਾਵ ਹੈ ਕਿ ਸਿੱਖ ਦਾ ਅਟੱਲ ਵਿਸ਼ਵਾਸ ਹੈ ਕਿ ਹਮ ਰਾਖਤ ਪਾਤਸ਼ਾਹੀ ਦਾਵਾ, ਕਿ ਅਸੀਂ ਤਾਂ ਬਾਦਸ਼ਾਹੀ ਦੇ ਦਾਅਵੇਦਾਰ ਹਾਂ। ਸਾਨੂੰ ਗੁਰੂ ਨੇ ਬਾਦਸ਼ਾਹੀ ਦਿੱਤੀ ਹੈ ਅਤੇ ਨਵਾਬੀ ਖੈਰ ਵਿੱਚ ਨਹੀਂ ਲੈਣੀ। ਪਰੰਤੂ ਦੂਸਰੇ ਪਾਸੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਦੀ ਸ਼ਹਾਦਤ ਨੂੰ 29 ਬੁੱਕ ਦੇ ਅਕੋਰਡਿੰਗ ਤੇ ਅੱਜ ਦੇ ਅਕੋਰਡਿੰਗ 37 ਜਾਂ 38 ਸਾਲ ਹੋ ਚੁੱਕੇ ਸਨ, ਪਰੰਤੂ ਸਿੱਖ ਲੀਡਰਸ਼ਿਪ ਨੇ ਅਜੇ ਤੱਕ ਕਿਸੇ ਵੀ ਤਰੀਕੇ ਨਾਲ ਦੂਰ ਅੰਦੇਸ਼ਤਾ ਦਾ ਕੋਈ ਸਬੂਤ ਨਹੀਂ ਦਿੱਤਾ। ਹਰ ਪੱਧਰ ਉੱਪਰ ਕੌਮੀ ਨਿਗਾਰ ਦੀ ਕਿਰਿਆ ਦਸਤੂਰ ਜਾਰੀ ਹੈ। ਸ਼ਾਇਦ ਸਿੱਖਾਂ ਨੇ ਆਪਣੀ ਪਰੰਪਰਾ ਨੂੰ ਵਿਸਾਰ ਦਿੱਤਾ ਹੈ, ਜਾਂ ਫਿਰ ਅਬਦਾਲੀ ਵਰਗੇ ਸਮੁੰਦਰਾਂ ਦਾ ਟਾਕਰਾ ਕਰਨ ਵਾਲਾ ਸੂਰਮਾ ਹੁਣ ਬ੍ਰਾਹਮਣਵਾਦ ਦੀ ਗੰਗਾ ਵਿੱਚ ਡੁਬਕੀਆਂ ਲਾ ਰਿਹਾ ਹੈ। ਕਿਸੇ ਅਦੀਬ ਦਾ ਕਥਨ ਹੈ ਕਿ ਜੇ ਦੀਨੇ हिजाजी का बेबाक बेड़ा ना गेहूं में अटका ना सेहूं में ठहरा, कई पार जिसने थे सातों समुंदर वो डूबा दहने में गंगा के आकर। ਸੰਸਥਾ ਇਤਿਹਾਸ ਵੱਲੋਂ ਇਹ ਤੁੱਛ ਜਿਹਾ ਉਪਰਾਲਾ ਹੈ ਕਿ ਕੌਮ ਉੱਪਰ ਵਾਪਰੇ ਇਸ ਸੰਤਾਪ ਦੇ ਪਿਛੋਕੜ ਵਰਤਾਰੇ ਅਤੇ ਇਸ ਉਪਰੰਤ ਕੌਮ ਦੇ ਹਾਲਾਤ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਵੇ ਅਤੇ ਇਸੇ ਹੀ ਹਥਲੀ ਪੁਸਤਕ ਨੂੰ ਤੁਹਾਡੇ ਸਪੁਰਦ ਕੀਤਾ ਜਾਵੇ। ਇਸ ਕਾਰਜ ਦੀ ਵਧੇਰੇ ਲੋੜ ਤਾਂ ਉਸ ਸਮੇਂ ਮਹਿਸੂਸ ਹੋਈ ਜਦੋਂ ਇੱਕ ਟੀਵੀ ਚੈਨਲ ਵੱਲੋਂ ਘੱਲੂਘਾਰਾ ਜੂਨ 84 ਬਾਰੇ ਵਿਖਾਏ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸਾਰੀ ਹੀ ਰੂਪ ਰੇਖਾ ਅਤੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਅਤੇ ਸਰਕਾਰੀ ਪੱਖਾਂ ਦਾ ਜ਼ੋਰਦਾਰ ਮੰਡਨ ਕੀਤਾ ਗਿਆ। ਦਰਅਸਲ ਇਹ ਸੰਸਥਾ ਦੀ ਕੋਈ ਮੂਲ ਰਚਨਾ ਨਹੀਂ ਹੈ, ਭਾਵੇਂ ਕਿ ਬਹੁਤ ਸਾਰੇ ਲੇਖ ਸੰਸਥਾ ਦੇ ਦੇਣ ਹਨ, ਪਰ ਇਸ ਵਿੱਚ ਵਧੇਰੇ ਹੋਰਨਾਂ ਵਿਦਵਾਨਾਂ ਦੇ ਲੇਖਾਂ ਨੂੰ ਲੜੀਬੰਦ ਕੀਤਾ ਗਿਆ ਹੈ, ਜਿਨ੍ਹਾਂ ਦੀ ਸੰਸਥਾ ਤਹਿਤ ਦਿਲੋਂ ਧੰਨਵਾਦੀ ਹੈ, ਤਾਂ ਕਿ ਇਸ ਵਰਤਾਰੇ ਬਾਰੇ ਸਾਰੇ ਪੱਖ ਸਪਸ਼ਟ ਹੋ ਸਕਣ। ਇਸ ਪ੍ਰਤੀ ਸਰਦਾਰ ਅਜਮੇਰ ਸਿੰਘ, AR ਦਰਸ਼ੀ, ਨਾਰਾਇਣ ਸਿੰਘ, ਹਰਸਿਮਰਨ ਸਿੰਘ, ਮਿਹਰ ਸਿੰਘ ਗਿੱਲ, ਗੁਰਦਰਸ਼ਨ ਸਿੰਘ ਢਿੱਲੋਂ, ਕਰਮਜੀਤ ਸਿੰਘ, ਇੱਕ ਚੇਤਨ ਸਿੰਘ, ਸਵਰਗੀ ਸਰਦਾਰ ਬਲਵੀਰ ਸਿੰਘ ਸੰਧੂ, ਸਵਰਗੀ ਸਰਦਾਰ ਮਹਿੰਦਰ ਸਿੰਘ, ਰਣਜੋਤ ਸਿੰਘ, ਕੁਲਦੀਪ ਸਿੰਘ, ਸਿਮਰਜੀਤ ਸਿੰਘ, ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ, ਰਾਗੀ ਗੁਰਚਰਨ ਸਿੰਘ, ਮੁਖਤਿਆਰ ਸਿੰਘ ਮੁਖੀ, ਸਰਦਾਰ ਮਨਜੀਤ ਸਿੰਘ, ਹਰਬੀਰ ਸਿੰਘ ਭਵਰ, ਜਸਵੰਤ ਸਿੰਘ, ਸਵਰਗੀ ਡਾਕਟਰ ਕੁਲਦੀਪ ਸਿੰਘ, ਬੀਬੀ ਪ੍ਰੀਤਮ ਕੌਰ, ਗੁਰਨਾਮ ਸਿੰਘ, ਚਰਨਜੀਤ ਸਿੰਘ ਅਤੇ ਹੋਰ ਅਨੇਕਾਂ ਸੱਜਣ ਜਿਨ੍ਹਾਂ ਨੇ ਨਾਮ ਪ੍ਰਕਾਸ਼ਿਤ ਕਰਨ ਤੋਂ ਇਨਕਾਰ ਕੀਤਾ ਹੈ, ਦਾ ਬਹੁਤ ਹੀ ਧੰਨਵਾਦ ਹੈ। ਸੰਸਥਾ ਨਾਲ ਸੰਬੰਧਿਤ ਸਾਰੇ ਵੀਰ, ਜਿਨ੍ਹਾਂ ਵਿੱਚ ਰਣਜੀਤ ਸਿੰਘ ਪੱਟੀ, ਹਰਜਿੰਦਰ ਸਿੰਘ, ਉਹਨਾਂ ਨੇ ਇਹ ਧੰਨਵਾਦ ਹੀ ਕੀਤਾ ਉਹਨਾਂ ਦੇ, ਜਿਨ੍ਹਾਂ ਦੇ ਲੇਖਾਂ ਵਿੱਚ ਅਕਸਰ ਪੰਥ ਕਾਰਜ ਵੀ ਤਾਂ ਹੀ ਨੇਪਰੇ ਚੜ੍ਹਦੇ ਹਨ ਜੇਕਰ ਘਰੇਲੂ ਮਾਹੌਲ ਵੀ ਸਾਜ਼ਗਾਰ ਹੋਵੇ। ਮੇਰੇ ਮਾਤਾ ਪਿਤਾ ਤੇ ਵੱਡੇ ਵੀਰ ਗੁਰਪ੍ਰੀਤ ਸਿੰਘ ਦੇ ਸਾਥ ਲਈ ਤਾਂ ਸ਼ਾਇਦ ਮੇਰੇ ਕੋਲ ਸ਼ਬਦਾਂ ਦੀ ਘਾਟ ਹੋਵੇ, ਕਿਉਂਕਿ ਸਭ ਕੁਝ ਉਹਨਾਂ ਨੇ ਸਹਿਯੋਗ ਨਾਲ ਹੀ ਸਿੱਟੇ ਚੜ੍ਹਿਆ।